भाग 14। इसे साल एक होर घटना हो गई। पीरो वाले दा नंबरदार बाबा चेत सिंह मर गया। उस वेले ओदी उम्र 60 साल तो उत्ते सी। नंबरदार दी इक्को लड़की सी बीबी प्रतापी, जो वलटोहे विआही होई सी। 10 साल हो गए सन नंबरदार दे घरों भी गुजर चुकी सी। लड़का कोई ना होण दे कारण ओदा जीवन बहुत उदास सी। लड़की दे विआह पिछों ओहने एक वार दूजा विआह कराउण दी इच्छा प्रगट कीती, पर उस गल दा विरोध नंबरदार दी धी ते जवाई ने रल के कीता, जिस करके नंबरदार दा दूजे विआह दा चाह विचे ही रह गया। अपने हक विच नंबरदार सब तो वड्डी दलील ਇਹ दिंदा सी कि शायद दूजे विआह विचों उन्हां दे घर जायदाद दा वारस हो पवे। प्रतापी दी मां इस दा उत्तर अगों बड़े जोर नाल दिंदी, ਅਸੀਂ प्रतापी दे काके नूं गोदी लै लवांगे, पोतरा की ते दोतरा की, ते इस बहाने मौजां लुੱਟਣ ਦੀ ਝਾਕ ਰੱਖਦਾ ਹੋਵੇ ਤਾਂ ਉਹ ਮੈਂ ਤੇਰੀਆਂ ਚਲਾਕੀਆਂ ਨਹੀਂ ਚੱਲਣ ਦੇਵਾਂਗੀ। ਆਹੋ। ਪ੍ਰਤਾਪੀ ਤੇ ਉਹਦੀ ਮਾਂ ਚੰਗੀਆਂ ਮੂੰਹ ਜ਼ੋਰ ਸਨ, ਨਾਲ ਉਹਨਾਂ ਦੀ ਹਮਾਇਤ ਉੱਤੇ ਪ੍ਰਤਾਪੀ ਦਾ ਮਾਲਕ ਵੀ ਖਲਾ ਹੋ ਗਿਆ। ਉਹਨੇ ਇੱਕ ਦਿਨ ਸਭ ਤੋਂ ਵੱਡੀ ਧਮਕੀ ਦਿੰਦਿਆਂ ਕਹਿ ਦਿੱਤਾ, ਬਾਪੂ ਜੇ ਤੂੰ ਦੂਜਾ ਵਿਆਹ ਕਰਾ ਕੇ ਹੀ ਰਹਿਣਾ ਹੈ ਨਾ ਤਾਂ ਆਪਣੀ ਧੀ ਵਾਸਤੇ ਵੀ ਨਵਾਂ ਘਰ ਲੱਭ ਲਵੀਂ, ਮੇਰੀ ਤੁਹਾਡੀ ਫਿਰ ਕੋਈ ਸਾਂਝ ਨਹੀਂ ਰਹੇਗੀ। ਅਸਲ ਵਿੱਚ ਇਹ ਧਮਕੀ ਪ੍ਰਤਾਪੀ ਤੇ ਉਹਦੀ ਮਾਂ ਦੀ ਸਲਾਹ ਨਾਲ ਦਿੱਤੀ ਗਈ ਸੀ। ਉਸ ਨੂੰ ਆਧਾਰ ਬਣਾ ਕੇ ਉਹਨਾਂ ਮਾਵਾਂ ਧੀਆਂ ਖੂਬ ਰੌਲਾ ਪਾਇਆ। ਇੱਥੋਂ ਤੱਕ ਕਿ ਪ੍ਰਤਾਪੀ ਦੀ ਮਾਂ ਨੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਘਰ ਵਿੱਚ ਕਈ ਦਿਨ ਮਹਾਭਾਰਤ ਦੇ ਯੁੱਧ ਕਾਂਡ ਦਾ ਅਭਿਆਸ ਹੁੰਦਾ ਰਿਹਾ। ਅਖੀਰ ਵਿੱਚ ਉਹਨਾਂ ਲਾਲ ਝੰਡਾ ਉਦੋਂ ਨੀਵਾਂ ਕੀਤਾ ਜਦ ਚੇਤ ਸਿੰਘ ਨੇ ਕੰਨ ਫੜ ਕੇ ਤੋਬਾ ਕਰ ਲਈ। ਪ੍ਰਤਾਪੀ ਦੇ ਘਰ ਉੱਤੋਂ ਵਿੱਤੀ 3 ਲੜਕੇ ਹੋਏ। ਵੱਡਾ ਸਰਵਨ ਨਾਨੀ ਨੇ ਲੈ ਲਿਆ। ਇਸ ਤਰ੍ਹਾਂ ਦੂਜੇ ਵਿਆਹ ਦਾ ਸਵਾਲ ਹਮੇਸ਼ਾ ਵਾਸਤੇ ਮੁੱਕ ਗਿਆ। ਨੰਬਰਦਾਰ ਚੇਤ ਸਿੰਘ ਦਾ ਜਦ ਵਿੱਚੋਂ ਬਹੁਤਾ ਨਜ਼ਦੀਕੀ ਕੋਈ ਨਹੀਂ ਸੀ। ਫਿਰ ਵੀ ਆਪਣੀ ਜੱਦੀ ਜਾਇਦਾਦ ਸਿੱਧੀ ਦੋਹਤਰੇ ਦੇ ਨਾਂ ਲਵਾਉਣ ਨਾਲੋਂ ਉਹਨੂੰ ਇੱਕ ਨਵੀਂ ਵਿਉਂਤ ਸੁੱਝੀ। ਉਹਨੇ ਆਪਣੇ ਕੋਲ ਸਿਰਫ 5 ਬਿੱਗੇ ਜ਼ਮੀਨ ਰੱਖ ਲਈ, ਜਿਹਦੇ ਹੁੰਦਿਆਂ ਨੰਬਰਦਾਰੀ ਬਚੀ ਰਹੇ। ਬਾਕੀ ਸਾਰੀ ਜ਼ਮੀਨ ਵੇਚ ਕੇ ਉਹਨੇ ਵਲਟੋਹੇ ਵਿੱਚ ਧੀ ਦੇ ਨਾਂ ਵੱਖਰੀ ਜ਼ਮੀਨ ਖਰੀਦ ਦਿੱਤੀ। ਪਿੱਛੋਂ ਉਸ 5 ਬਿੱਗੇ ਵੀ ਉਹਨੇ ਦੋਹਤਰੇ ਸਰਵਨ ਸਿੰਘ ਦੇ ਨਾਮ ਵਸੀਅਤ ਕਰ ਦਿੱਤੀ। ਨੰਬਰਦਾਰ ਚੇਤ ਸਿੰਘ ਦਾ ਪਿੰਡ ਵਿੱਚ ਦਬਦਬਾ ਜ਼ਰੂਰ ਸੀ, ਪਰ ਆਦਰ ਨਹੀਂ। ਉਹਦਾ ਜੀਵਨ ਅਜਿਹਾ ਨਹੀਂ ਸੀ ਬੀਤਿਆ ਜਿਸ ਕਰਕੇ ਕੋਈ ਉਹਦਾ ਸਤਿਕਾਰ ਕਰਦਾ। ਸਾਰੀ ਉਮਰ ਉਹਨੇ ਗਰੀਬਾਂ ਨੂੰ ਸਤਾਉਣ ਤੇ ਪੁਲਿਸ ਦੀਆਂ ਝੂਠੀਆਂ ਗਵਾਹੀਆਂ ਦੇਣ ਤੋਂ ਬਿਨਾਂ ਕੋਈ ਨੇਕੀ ਦਾ ਕੰਮ ਨਹੀਂ ਸੀ ਕੀਤਾ। ਜ਼ਿੰਦਗੀ ਦੇ ਆਖਰੀ 3 ਮਹੀਨੇ ਉਹਨੇ ਮੰਜੇ ਤੇ ਹੱਡ ਰਗੜਦਿਆਂ ਕੱਟੇ ਸਨ। ਪ੍ਰਤਾਪੀ ਤੇ ਸਰਵਨ ਉਹਦੇ ਕੋਲ ਜ਼ਰੂਰ ਸਨ, ਪਰ ਸਿਰਫ ਲੋਕ ਦਿਖਾਵੇ ਵਾਸਤੇ। ਉਹਨੇ ਕਈ ਵਾਰ ਧੀ ਅੱਗੇ ਤਰਲੇ ਪਾਏ, ਪੁੱਤ ਕੋਈ ਚੰਗਾ ਡਾਕਟਰ ਲਿਆ ਕੇ ਮੈਨੂੰ ਵਿਖਾਓ, ਭਲਾ ਮੈਂ ਬਚ ਜਾਵਾਂ ਤਾਂ। ਪੈਸਿਆਂ ਦਾ ਸਰਫਾ ਨਾ ਕਰੋ ਬਾਪੂ, ਪੈਸੇ ਕਿਤੇ ਰੁੱਖਾਂ ਨਾਲ ਤਾਂ ਨਹੀਂ ਲੱਗੇ ਹੋਏ। ਪ੍ਰਤਾਪੀ ਨੇ ਅੱਗੋਂ ਬੜੀ ਰੁੱਖੀ ਬੋਲੀ ਵਿੱਚ ਉੱਤਰ ਦਿੱਤਾ ਸੀ, ਨਾਲੇ ਡਾਕਦਾਰ ਇੱਥੇ ਆ ਕੇ ਵੀ ਕੀ ਕਰੇਗਾ? 17 ਵਰ੍ਹਿਆਂ ਤੋਂ ਤਾਂ ਉੱਤੇ ਹੋ ਗਿਆ ਤੂੰ, ਹੋਰ ਕਿਤੇ ਹੁਣ ਫੱਲੇ 'ਚ ਲੱਤਾਂ ਅੜਾ ਕੇ ਬਹਿ ਰਹਿਣਾ ਹੀ। ਉਂਝ ਦੂਸਰੇ ਤੀਸਰੇ ਦਿਨ ਸਰਵਨ ਸਿੰਘ ਕਸੂਰੋਂ ਦਵਾਈ ਲੈਣ ਜ਼ਰੂਰ ਜਾਂਦਾ ਸੀ। ਨੰਬਰਦਾਰ ਦੇ ਸਰਾਣੇ ਕੁਝ ਰੰਗਦਾਰ ਦਵਾਈ ਦੀਆਂ ਸ਼ੀਸ਼ੀਆਂ ਪਈਆਂ ਵੀ ਰਹਿੰਦੀਆਂ ਸਨ। ਲੋਕ ਦਿਖਾਵੇ ਵਜੋਂ ਪਿੰਡ ਦੇ ਕੁਝ ਬੰਦੇ ਨੰਬਰਦਾਰ ਦੀ ਖਬਰ ਸੂਰਤ ਲੈਣ ਵੀ ਜਾਂਦੇ। ਹਰ ਗਏ ਅੱਗੇ ਨੰਬਰਦਾਰ ਇੱਕੋ ਸ਼ਿਕਾਇਤ ਕਰਦਾ, ਇਹਨੂੰ ਕੁੜੀ ਨੂੰ ਆਖੋ ਏ ਮੇਰਾ ਦਵਾ ਦਾਰੂ ਚੰਗੀ ਤਰ੍ਹਾਂ ਕਰੇ, ਮੈਨੂੰ ਇਲਾਜ ਖੁਨੋਂ ਅੰਦਰ ਪਾ ਕੇ ਨਾ ਮਾਰਨ, ਮੈਂ ਬਚ ਗਿਆ ਤਾਂ ਰਹਿੰਦੀ 5 ਬਿੱਗੇ ਤੇ ਆਹ ਸਿਰ ਲਕਾਉਣ ਵਾਲੇ 2 ਕੋਠੇ ਵੀ ਵੇਚ ਕੇ ਇਹਨੂੰ ਦੇ ਦਿਆਂਗਾ। ਸੁਣਦੇ ਹੋ ਭਾਊ? ਕੋਲੋਂ ਪ੍ਰਤਾਪੀ ਨੇ ਬੂਰਾ ਜਿਹਾ ਮੂੰਹ ਬਣਾ ਕੇ ਕਹਿਣਾ, ਬਸ ਰਾਤ ਦਿਨ ਇਸੇ ਤਰ੍ਹਾਂ ਵਾਹ ਦਵਾਈਆਂ ਮਾਰੀ ਜਾਂਦਾ ਏ, ਦਿਮਾਗ ਹਿੱਲ ਗਿਆ ਸੂ, ਤੇ ਅਸੀਂ ਤਾਂ ਦੋਵੇਂ ਮਾਂ ਪੁੱਤ ਇਹਦੀ ਬਾਹੀ ਨਾਲ ਬੈਠੇ ਸੁੱਕ ਗਏ ਆਂ। ਸਰਵਣ ਵਿਚਾਰਾ ਨਾ ਦਿਨ ਵੇਂਦਾ ਏ ਨਾ ਰਾਤ, ਹਰ ਵੇਲੇ ਕਸੂਰ ਸਿਆਣਿਆਂ ਕੋਲ ਤੁਰਿਆ ਰਹਿੰਦਾ। ਵੇਖੋ ਦਵਾਈਆਂ ਦੀਆਂ ਸੀਸੀਆਂ ਭਰੀਆਂ ਪਈਆਂ ਨੇ, ਮੈਂ ਤਾਂ ਡਾਢੀ ਤੰਗ ਆ ਗਈ ਆਂ। ਸੁਣਨ ਵਾਲੇ ਕੀ ਆਂਦੇ ਹੋਣਗੇ, ਪਈ ਖਬਰੇ ਧੀ ਕੋਈ ਦਵਾ ਦਾਰੂ ਵੀ ਕਰਦੀ ਏ ਕਿ ਨਹੀਂ। ਤੇ ਉਧਰ ਬਗਾਨਾ ਪੁੱਤ ਮੇਰੀ ਖੱਲ ਲਾਉਂਦਾ ਏ, ਆਖੇ ਤੂੰ ਮੇਰਾ ਘਰ ਉਜਾੜ ਦਿੱਤਾ ਏ ਪਿਓ ਦੀ ਬਿਮਾਰੀ ਤੇ, ਦੱਸੋ ਮੈਂ ਕਿਹੜੇ ਖੂਹ ਪਵਾਂ। ਮੈਂ ਤਾਂ ਦੋਵੇਂ ਵੇਲੇ ਹੱਥ ਜੋੜਦੀ ਆਂ, ਪਈ ਰੱਬ ਮੈਨੂੰ ਚੁੱਕ ਲਵੇ ਤੇ ਇਹ ਬਚ ਜਾਵੇ। ਲੋਕ ਪ੍ਰਤਾਪੀ ਦੇ ਕਥਨ ਦੀ ਸਚਾਈ ਨੂੰ ਸਮਝਦੇ ਸਨ, ਪਰ ਮੂੰਹ ਤੇ ਹਰ ਕੋਈ ਹਾਹੋ ਆਹੋ ਕਰ ਛੱਡਦਾ। ਕੋਈ ਅੱਗੋਂ ਖਰੀ ਖੁਰੀ ਕਹਿਣ ਦੀ ਲੋੜ ਨਾ ਸਮਝਦਾ। ਵਿਹੜਿਓਂ ਬਾਹਰ ਨਿਕਲ ਕੇ ਹਰ ਕੋਈ ਇੱਕੋ ਗੱਲ ਨੰਬਰਦਾਰ ਬਾਰੇ ਕਹਿੰਦਾ, ਭਈ ਕਿਸੇ ਸਿਰ ਕੀ ਦੋਸ, ਆਪਣੀਆਂ ਕਰਨੀਆਂ ਪਰਨੀਆਂ ਨੂੰ ਫੜਿਆ ਹੋਇਆ ਏ।
ਜਿਸ ਨੰਬਰਦਾਰ ਨੂੰ ਸਾਰੀ ਉਮਰ ਕਿਸੇ ਤੇ ਤਰਸ ਨਹੀਂ ਸੀ ਆਇਆ, ਅੰਤ ਮੌਤ ਨੂੰ ਉਹਦੇ ਉੱਤੇ ਤਰਸ ਆ ਗਿਆ। 3 ਦਿਨ ਬੇਸੁਰਤ ਰਹਿਣ ਪਿੱਛੋਂ ਬੜੀ ਔਖਿਆਈ ਨਾਲ ਰੂਹ ਨੇ ਬੁੱਤ ਦਾ ਸਾਥ ਤਿਆਗਿਆ। ਪ੍ਰਤਾਪੀ ਤੇ ਸਰਵਨ ਨੇ ਅਸਮਾਨ ਸਿਰ ਤੇ ਚੁੱਕ ਲਿਆ। ਉਹਨਾਂ ਦੀਆਂ ਉੱਚੀਆਂ ਉੱਚੀਆਂ ਧਾਹੀ ਨੇ ਸਾਰੇ ਪਿੰਡ ਵਿੱਚ ਖਬਰ ਕਰ ਦਿੱਤੀ। ਲੋਕਾਚਾਰੀ ਸਾਰਾ ਪਿੰਡ ਇਕੱਠਾ ਹੋ ਗਿਆ। ਪ੍ਰਤਾਪੀ ਨੇ ਮਰੇ ਹੋਏ ਪਿਓ ਦੇ ਮੂੰਹ ਨੂੰ ਸਜਰੀ ਮੱਖਣੀ ਲਾਈ। ਨੀ ਮੇਰਾ ਪਿਓ ਘਿਓ ਖਾਂਦਾ ਮਰ ਗਿਆ। ਮੁੱਢ ਕਦੀਮਾ ਤੋਂ ਚੱਲਿਆ ਆ ਰਿਹਾ ਇਹ ਵੈਨ ਉਹਨੇ ਅਮਲੀ ਤੌਰ ਤੇ ਸੱਚਾ ਕਰ ਦਿੱਤਾ। ਫਿਰ ਉਹਨੇ ਪਿਓ ਦੇ ਸਿਰਹਾਣੇ ਮੰਜਾ ਖਾਲੀ ਕਰਕੇ ਉੱਤੇ ਧੋਤੀ ਹੋਈ ਦੋਹਰ ਖਿਲਾਰ ਦਿੱਤੀ। ਇਧਰੋਂ ਲੀੜਾ ਠੀਕ ਕਰੋ ਨੀ, ਮੇਰੇ ਬਾਪੂ ਨੂੰ ਧੁੱਪ ਨਾ ਲੱਗੇ, ਹਾਏ ਮੈਂ ਮਰ ਜਾ। ਅੱਖਾਂ ਦੇ ਹੰਝੂਆਂ ਨਾਲੋਂ ਉਹ ਨੱਕ ਵਿੱਚੋਂ ਪਾਣੀ ਵਧੇਰੇ ਸੁਣਕ ਰਹੀ ਸੀ। ਉਸੇ ਵੇਲੇ ਬਾਗਾ ਸਾਂਸੀ ਵਲਟੋਹੇ ਭਜਾਇਆ ਗਿਆ। ਦਿਨ ਢਲੇ ਕਿਤੇ ਪ੍ਰਤਾਪੀ ਦਾ ਮਾਲਕ ਆਇਆ ਤਾਂ ਬਾਬੇ ਚੇਤ ਸਿੰਘ ਦੇ ਸੰਸਕਾਰ ਦੀ ਤਿਆਰੀ ਹੋਈ। ਪਿੰਡ ਦੇ ਬਹੁਤ ਸਾਰੇ ਇਸਤਰੀਆਂ ਮਰਦ ਚੇਤ ਸਿੰਘ ਨੂੰ ਵਿਦਿਆ ਕਰਨ ਵਾਸਤੇ ਸਿਵਿਆਂ ਤੱਕ ਪਹੁੰਚੇ। ਸਿਵਿਆਂ ਦੇ ਅੱਧ ਵਿੱਚ ਪਹੁੰਚ ਕੇ ਕਾਨਿਆਂ ਦੇ ਮੋਢੇ ਬਦਲਣ ਵਾਸਤੇ ਅਰਥੀ ਭੋਈ ਤੇ ਧਰ ਦਿੱਤੀ। ਪ੍ਰਤਾਪੀ ਨੇ ਪਿਓ ਦੇ ਸਿਰਹਾਣੇ ਪਾਣੀ ਦੀ ਘੜੀ ਭੰਨੀ ਤੇ ਇੱਕ ਵਾਰ ਫੇਰ ਉਹਦੀ ਛਾਤੀ ਉੱਤੇ ਸਿਰ ਰੱਖ ਕੇ ਧਾਈ ਮਾਰੀਆਂ। 5 ਤੱਤ ਦੇ ਪੁਤਲੇ ਦਾ ਅੰਤ ਪੜਾ ਆ ਗਿਆ। ਨੰਬਰਦਾਰ ਦੀ ਅਰਥੀ ਚਿਖਾ ਤੇ ਟਿਕਾ ਦਿੱਤੀ ਗਈ। ਪੁੱਤਰ ਦੀ ਥਾਂ ਪ੍ਰਤਾਪੀ ਨੇ ਪਿਓ ਦੀ ਚਿਖਾ ਨੂੰ ਲੰਬੂ ਲਾਇਆ। ਚੁਫੇਰਿਓ ਲੰਬਾ ਨੇ ਸਿਰ ਉੱਚੇ ਕੀਤੇ। ਲੋਕ ਅੱਗ ਦੇ ਸੇਕ ਤੋਂ ਬਚਣ ਵਾਸਤੇ ਜ਼ਰਾ ਪਸੀਤੇ ਹਟ ਗਏ, ਪਰ ਪ੍ਰਤਾਪੀ ਉੱਥੇ ਪਿਓ ਦੇ ਸਿਰਹਾਣੇ ਧੁੱਪੇ ਬਹਿ ਗਈ। ਉਹਦੀ ਸੰਭਾਲ ਵਾਸਤੇ ਉਹਦਾ ਮਾਲਕ ਤੇ ਸਰਵਣ ਵੀ ਕੋਲ ਖਲੋਤੇ ਰਹਿ ਗਏ। ਬਾਕੀ ਸਾਰੇ ਲੋਕ 20 ਕੁਕਰਮਾਂ ਦੀ ਵਿੱਥ ਉੱਥੇ ਖਲੇ ਵਨਾਂ ਦੀ ਛਾਵੇਂ ਜਾ ਬੈਠੇ। ਇਸਤਰੀਆਂ ਜ਼ਰਾ ਹੋਰ ਪਸੀਤੀਆਂ ਹੋ ਕੇ ਬੇਰ ਦੀ ਛਾਵੇਂ ਜਾ ਬੈਠੀਆਂ। ਲੈ ਉਹ ਲੰਬਰਦਾਰਾ, ਅੱਜ ਮੁੱਕ ਗਏ ਈ ਸਾਰੇ ਦਾਅਵੇ। ਅਖੇ ਕਾਹਨੂੰ ਕਰਦਾ ਏ ਮੇਰੀ ਹੋਣਾ ਅੰਤ ਖਾਕ ਦੀ ਢੇਰੀ। ਗਹਿਣੇ ਲੋਹਾਰ ਨੇ ਸਿਰ ਹਿਲਾ ਕੇ ਕਿਹਾ। ਉਹਦੇ ਮਨ ਤੇ ਉਹ ਸੁਭਾਵਕ ਅਸਰ ਸੀ ਜੋ ਹਰ ਮ੍ਰਿਤਕ ਸਰੀਰ ਨਾਲ ਜਾਣ ਵਾਲੀਆਂ ਈਰਖਾ ਰਹਿਤ ਬੰਦਿਆਂ ਦੇ ਦਿਲ ਤੇ ਹੁੰਦਾ ਹੈ। ਵਿਚਾਰਾ ਚੰਗਾ ਹੁੰਦਾ ਸੀ। ਮਹਿੰਦੇ ਕੁਮਾਰ ਨੇ ਰਸਮੀ ਤੌਰ ਤੇ ਕਿਹਾ, ਕੋਈ ਅੰਤ ਹੈ? ਤੇਰੇ ਬਰਖਲਾਫ ਉਗਾਹੀ ਨਹੀਂ ਨਾ ਦਿੱਤੀ ਹੋਣੀ ਕੋਈ? ਚੰਦਾ ਸਿੰਘ ਨੇ ਡਾਢੀ ਘਰੀਨਾ ਨਾਲ ਕਿਹਾ। ਫਿਰ ਕੀ ਸੀ? ਬੈਠੀ ਪਰੇ ਵਿੱਚ ਨੰਬਰਦਾਰ ਦੇ ਜੀਵਨ ਉੱਤੇ ਟਿੱਕਾ ਟਿੱਪਣੀ ਸ਼ੁਰੂ ਹੋ ਗਈ। ਨੰਬਰਦਾਰ ਦਾ ਆਪਣਾ ਵਿੱਚ ਕੋਈ ਨਹੀਂ ਸੀ, ਇਸ ਵਾਸਤੇ ਉਹ ਪੜਚੋਲ ਬੜੀ ਨਿਰਪੱਖ ਤੇ ਖਰੀ ਬੋਲੀ ਵਿੱਚ ਸੀ। ਸ਼ਰਾਬ ਭਾਵੇਂ ਰਤੋਕੀ ਫੜੀ ਜਾਵੇ, ਸਰਕਾਰੀ ਉਗਾਹ ਸਾਡਾ ਨੰਬਰਦਾਰ ਹੋਣਾ। ਦੀਪੇ ਨੇ ਗੋਡਿਆਂ ਉਧਾਲੇ ਵਾਲਿਆ ਹੋਇਆ ਸਾਫਾ ਕਸਦਿਆ ਕਿਹਾ। ਭਈ ਸਰਕਾਰ ਨੇ ਨੰਬਰਦਾਰ ਸਫੇਦਪੁਸ਼ ਬਣਾਈ ਗਵਾਹੀਆਂ ਦੇਣ ਵਾਸਤੇ ਨੇ। ਬਾਬੇ ਅਕਾਲੀ ਨੇ ਅੰਗਰੇਜ਼ੀ ਸਰਕਾਰ ਦੀ ਨੀਤੀ ਉੱਤੇ ਚਾਨਣ ਪਾਉਣ ਦੇ ਇਰਾਦੇ ਨਾਲ ਕਿਹਾ। ਬਾਬਾ ਅਕਾਲੀਆ, ਤੇਰੇ ਉੱਤੇ ਨੰਬਰਦਾਰ ਨੇ ਕਿੰਨੀ ਵਾਰੀ ਉਗਾਹੀ ਦਿੱਤੀ ਸੀ? ਦੀਪੇ ਨੇ ਬਾਬੇ ਅਕਾਲੀ ਤੋਂ ਗੱਲਾਂ ਸੁਣਨ ਦੀ ਇੱਛਾ ਨਾਲ ਕਿਹਾ। ਜਿੰਨੀ ਵਾਰੀ ਸਰਕਾਰ ਨੇ ਮੈਨੂੰ ਗ੍ਰਿਫਤਾਰ ਕੀਤਾ। ਬਾਬੇ ਅਕਾਲੀ ਨੇ ਛੋਟਾ ਜਿਹਾ ਉੱਤਰ ਦਿੱਤਾ। ਐਵੇਂ ਹੀ ਆ, ਹੱਥ ਧੋ ਕੇ ਮਗਰ ਪੈ ਗਿਆ ਕਿ? ਕੋਲੋਂ ਮਿਲਖਾ ਸਿੰਘ ਨੇ ਸੱਜੀ ਮੁੱਛ ਨੂੰ ਜ਼ਰਾ ਕੁ ਤਾ ਦਿੰਦਿਆਂ ਕਿਹਾ। ਭਈ ਇਹ ਉਹਦਾ ਫਰਜ਼ ਸੀ। ਉਹ ਸਰਕਾਰ ਦਾ ਝੋਲੀ ਚੁੱਕ ਸੀ ਤੇ ਅਸੀਂ ਸਰਕਾਰ ਦੇ ਬਾਗੀ। ਸਭ ਤੋਂ ਪਹਿਲਾਂ ਉਹਨੇ ਗਦਰ ਲਹਿਰ ਦੇ ਮੁਕੱਦਮੇ ਵਿੱਚ ਸਾਡੇ ਵਿਰੁੱਧ ਗਵਾਹੀ ਦਿੱਤੀ। ਇੱਕ ਮੇਰੇ ਖਿਲਾਫ ਹੀ ਨਹੀਂ, ਹੋਰ ਵੀ ਕਈਆਂ ਦੇ, ਜਿਨ੍ਹਾਂ ਨੂੰ ਉਹ ਜਾਣਦਾ ਤੱਕ ਨਹੀਂ ਸੀ। ਉਹਨਾਂ ਦੇ ਵਿਰੁੱਧ ਵੀ ਉਹਨੇ ਬਹੁਤ ਕੁਝ ਕਿਹਾ। ਮਖਾਂ ਉਗਾਹੀ ਬੜੀ ਠੋਕ ਕੇ ਦਿੰਦਾ ਸੀ। ਚੰਦਾ ਸਿੰਘ ਨੇ ਥੋੜਾ ਜਿਹਾ ਅਗਾਂਹ ਨੂੰ ਉੱਲਰ ਕੇ ਗਿਆ। ਵੇਖੋ ਜੀ, ਜਿਹਨੂੰ ਹੱਥ ਲੱਗੇ ਹੋਏ ਨੇ। ਦੀਪੇ ਨੇ ਥੋੜਾ ਮੁਸਕੜੀਆਂ 'ਚ ਹੱਸਦਿਆਂ ਕਿਹਾ। ਭਈ ਫਟਿਆ ਵੈਦ ਹੁੰਦਾ ਏ ਨਾ। 6 ਮਹੀਨੇ ਸਰਕਾਰੀ ਲੰਗਰ 'ਚੋਂ ਖਾ ਕੇ ਆਏ ਸਾਂ। ਚੰਦਾ ਸਿੰਘ ਨੂੰ ਲਾਹੌਰ ਸੈਂਟਰਲ ਜੇਲ੍ਹ ਯਾਦ ਆ ਗਈ। ਚੰਦਾ ਸਿੰਘ ਦੇਸੀ ਸ਼ਰਾਬ ਕੱਢਣ ਦੇ ਦੋਸ਼ 'ਚ ਫੜਿਆ ਗਿਆ ਸੀ ਤੇ ਨੰਬਰਦਾਰ ਚੇਤ ਸਿੰਘ ਦੀ ਮੌਕੇ ਦੀ ਗਵਾਹੀ ਦੇ ਆਧਾਰ ਤੇ ਉਸ ਨੂੰ 6 ਮਹੀਨੇ ਕੈਦ ਹੋ ਗਈ ਸੀ। ਓ ਯਾਰ, ਬਾਬੇ ਅਕਾਲੀ ਤੋਂ ਸੁਣਨ ਦੇ ਹੋ ਕੋਈ ਅਸਰ ਵਾਲੀ ਗੱਲ। ਸੱਜਣ ਸਿੰਘ ਨੇ ਚੰਦਾ ਸਿੰਘ ਤੇ ਦੀਪੇ ਨੂੰ ਚੁੱਪ ਰਹਿਣ ਵਾਸਤੇ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ। ਹਾਂ ਫਿਰ ਬਾਬਾ, ਭਰਾਵਾਂ ਨਾਲ ਵੈਰ ਕਮਾ ਕੇ ਉਹਨੂੰ ਕੀ ਮਿਲਿਆ? ਮਿਲ ਗਿਆ ਹੋ ਕਿਸੇ ਅਫਸਰ ਕੋਲੋਂ ਗਿੱਦੜ ਪਰਵਾਨਾ, ਹੋਰ ਕਿਤੇ ਮੁਰੱਬੇ ਮਿਲ ਜਾਣੇ ਸੀ। ਗਹਿਣੇ ਲੋਹਾਰ ਨੇ ਥੋੜਾ ਜਿਹਾ ਅੱਗੇ ਸਰਕਦਿਆਂ ਕਿਹਾ। ਮੁਰੱਬੇ ਵੀ ਉਹਨਾਂ ਕਿਹੜੇ ਵਲੈਤੋਂ ਲਿਆ ਕੇ ਦੇਣੇ ਸੀ? ਬਸ ਸਾਡਾ ਸਿਰ ਤੇ ਸਾਡੀਆਂ ਹੀ ਜੁੱਤੀਆਂ। ਇਲਮਦੀਨ ਨੇ ਵੀ ਆਪਣੀ ਰਾਏ ਪੇਸ਼ ਕੀਤੀ। ਪਰੇ ਵਿੱਚ ਬੈਠਾ ਹਰ ਆਦਮੀ ਕੁਝ ਨਾ ਕੁਝ ਕਹਿਣ ਦਾ ਚਾਹਵਾਨ ਹੁੰਦਾ ਹੈ। ਉਹਨੂੰ ਮਿਲੀ ਸੀ ਡਿਪਟੀ ਕਮਿਸ਼ਨਰ ਵੱਲੋਂ ਨੇਕਨਾਮੀ ਦੀ ਚਿੱਠੀ। ਬਸ ਇੰਨੇ ਨਾਲ ਹੀ ਉਹ ਭਰਾਵਾਂ ਤੋਂ ਵਧੇਰੇ ਦੂਰ ਹੋ ਗਿਆ। ਬਾਬੇ ਅਕਾਲੀ ਦਾ ਵੀ ਰੋਹ ਬਣ ਗਿਆ ਸੀ ਗੱਲਾਂ ਕਰਨ ਦਾ।
ਉਹ ਗੱਲ ਕੀ ਆਂਦੇ ਹੁੰਦੇ ਨੇ, ਖੋਤੀ ਠਾਣਿਓ ਹੋ ਆਈਏ, ਦੀਪਾ ਵਿੱਚੋਂ ਹੀ ਬੋਲ ਉੱਠਿਆ। ਉਹ ਚਿੱਠੀ ਕੀ ਮਿਲੀ, ਨੰਬਰਦਾਰ ਦਾ ਝੂਠੀਆਂ ਗਵਾਹੀਆਂ ਦੇਣ ਦਾ ਝੱਕ ਲੈ ਗਿਆ। ਬਾਬੇ ਅਕਾਲੀ ਨੇ ਹੱਥ ਦੇ ਇਸ਼ਾਰੇ ਨਾਲ ਦੀਪੇ ਨੂੰ ਚੁੱਪ ਕਰਾਉਂਦੇ ਆਪਣੀ ਗੱਲ ਜਾਰੀ ਰੱਖੀ। ਕੌਮੀ ਲਹਿਰਾਂ ਵਿੱਚ ਉਹਨੇ ਸਭ ਤੋਂ ਵਧੇਰੇ ਗਵਾਹੀਆਂ ਦਿੱਤੀਆਂ, ਖਾਸ ਕਰ ਗੁਰਦੁਆਰਾ ਲਹਿਰ ਵਿੱਚ। ਉਹ ਤਾਂ ਨਿਰੀ ਸਿੱਖਾਂ ਦੀ ਲਹਿਰ ਸੀ ਨਾ, ਪਰ ਸਾਡਾ ਨੰਬਰਦਾਰ ਤੇ ਸਿੱਖ ਸਫੇਦਪੋਸ਼ ਸਰਕਾਰੀ ਗਵਾਹਾਂ ਵਿੱਚ ਸਭ ਤੋਂ ਅੱਗੇ ਹੁੰਦੇ ਸਨ। ਸਗੋਂ ਅਜੇ ਜੈਲਦਾਰ ਨੇ ਕਿਸੇ ਦੀ ਡੈਰੀ ਨਹੀਂ ਸੀ ਦਿੱਤੀ, ਉਹ ਅਜੇ ਮੁਸਲਮਾਨ ਸੀ। ਉਮਰਦੀਨ ਨੇ ਮੁਸਲਮਾਨ ਜੈਲਦਾਰ ਦੀ ਦਿਲੋਂ ਤਾਰੀਫ ਕਰਦੇ ਕਿਹਾ, ਮੁਸਲਮਾਨ ਜਾਂ ਸਿੱਖ ਦਾ ਸਵਾਲ ਨਹੀਂ ਉਮਰਦੀਨਾ, ਇਹ ਤਾਂ ਦੇਸ਼ ਨਾਲ ਥੋੜਾ ਬਹੁਤ ਪਿਆਰ ਹੋਣ ਦੀ ਗੱਲ ਹੈ। ਜੈਲਦਾਰ ਚੰਗਾ ਬੰਦਾ ਸੀ, ਪਰ ਇਸ ਮਾਮਲੇ ਵਿੱਚ ਸਰਕਾਰ ਦੀ ਨੀਤੀ ਨੂੰ ਵੀ ਜ਼ਰਾ ਸਮਝਣ ਦੀ ਲੋੜ ਏ। ਸਰਕਾਰ ਖਾਸ ਕਰਕੇ ਧਾਰਮਿਕ ਲਹਿਰਾਂ ਵਿੱਚ ਕਿਸੇ ਜਥੇਬੰਦੀ ਦੇ ਵਿਰੁੱਧ ਉਸੇ ਮਜ਼ਹਬ ਦੇ ਬੰਦਿਆਂ ਨੂੰ ਵਧੇਰੇ ਵਰਤਦੀ ਹੈ। ਸੋ ਗੁਰਦੁਆਰਾ ਲਹਿਰ ਵਿੱਚ ਇਸ ਚਾਲ ਨੂੰ ਮੁੱਖ ਰੱਖਿਆ ਗਿਆ। ਸਭ ਤੋਂ ਵਧੇਰੇ ਗੁਰਦੁਆਰਿਆਂ ਦੇ ਮਹੰਤਾਂ ਨੂੰ ਸਾਡੇ ਟਾਕਰੇ ਤੇ ਖੜਾ ਕੀਤਾ ਗਿਆ। ਸਰਕਾਰ ਸ਼ਹਿ ਨਾ ਦਿੰਦੀ ਜਾਂ ਪ੍ਰੇਰ ਕੇ ਆਪ ਖਲਿਆ ਨਾ ਕਰਦੀ ਤਾਂ ਇੰਨਾ ਕੁਝ ਨਾ ਹੁੰਦਾ। ਗੁਰਦੁਆਰਿਆਂ ਦੇ ਸੁਧਾਰ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਸਨ 15 ਨਵੰਬਰ ਵਿੱਚ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਉਹਦਾ ਇੰਨਾ ਅਸਰ ਪਿਆ ਕਿ ਬਹੁਤ ਸਾਰੇ ਮਹੰਤਾਂ ਨੇ ਆਪਣੇ ਆਪ ਹੀ ਗੁਰਦੁਆਰੇ ਕਮੇਟੀ ਦੇ ਹਵਾਲੇ ਕਰ ਦਿੱਤੇ। ਬਾਬਾ ਕਾਲੀਆ, ਫਿਰ ਇਹ ਮੋਰਚੇ ਲੱਗੇ ਕਿਉਂ? ਪੁਰਾਣੇ ਮਹੰਤ ਵੀ ਪੰਥ ਨੇ ਹੀ ਥਾਪੇ ਸਨ। ਸੱਜਣ ਸਿੰਘ ਨੇ ਸ਼ੰਕਾ ਨਿਵਰਤ ਕਰਨ ਵਾਸਤੇ ਪੁੱਛਿਆ। ਪਹਿਲੇ ਮਹੰਤ ਹੁੰਦੇ ਵੀ ਚੰਗੇ ਸਨ। ਉਹ ਸਿਮਰਨ ਕਰਨਾ, ਸੰਗਤਾਂ ਦੀ ਸੇਵਾ ਕਰਨੀ ਤੇ ਸਿੱਖੀ ਦਾ ਪ੍ਰਚਾਰ ਕਰਨਾ ਆਪਣਾ ਧਰਮ ਸਮਝਦੇ ਸਨ। ਪਿੱਛੋਂ ਗੱਦੀਆਂ ਦੇ ਮਾਲਕ ਬਣਨ ਵਾਲੇ ਆਪਣੇ ਫਰਜ਼ਾਂ ਨੂੰ ਭੁੱਲ ਗਏ। ਪੂਜਾ ਦੇ ਧਾਨ ਨੇ ਉਹਨਾਂ ਦੀ ਮੱਤ ਮਾਰ ਲਈ। ਬਿਨਾਂ ਮਿਹਨਤ ਕੀਤਿਆਂ ਮਿਲੀ ਮਾਇਆ ਨੇ ਉਹਨਾਂ ਦੇ ਮਨ ਮਲੀਨ ਕਰ ਦਿੱਤੇ। ਕਈ ਮਹੰਤ ਕੁਕਰਮੀ ਹੋ ਗਏ। ਜਿਨ੍ਹਾਂ ਦਾ ਧਰਮ ਲੋਕਾਂ ਨੂੰ ਨੇਕੀ ਦਾ ਉਪਦੇਸ਼ ਦੇਣਾ ਸੀ, ਉਹ ਵਿਭਿਆਚਾਰੀ ਹੋ ਗਏ। ਫਿਰ ਉਹ ਦੇਸ਼ ਭਗਤਾਂ ਦੇ ਵਿਰੁੱਧ ਸਰਕਾਰ ਦੀ ਮਦਦ ਕਰਨ ਲੱਗ ਪਏ। ਸਭ ਤੋਂ ਸਾਡੇ ਵੱਡੇ ਧਰਮ ਸਥਾਨ ਨਨਕਾਣਾ ਸਾਹਿਬ ਤੇ ਅੰਮ੍ਰਿਤਸਰ ਨੇ ਨਾ, ਗਦਰ ਪਾਰਟੀ ਦੇ ਸ਼ਹੀਦਾਂ ਨੂੰ ਅੰਮ੍ਰਿਤਸਰ ਦੇ ਪੁਜਾਰੀਆਂ ਨੇ ਪਤਤ ਹੋਣ ਦਾ ਫਤਵਾ ਦਿੱਤਾ। ਬਾਬੇ ਗੁਰਦਿੱਤ ਸਿੰਘ ਦੇ ਕਾਮਾਗਾਟੂ ਮਾਰੂ ਜਹਾਜ਼ ਦੀ ਲੋਕਾਂ ਦੀ ਵੀ ਪੁਜਾਰੀਆਂ ਨੇ ਨਖੇਦੀ ਕੀਤੀ। ਤੇ ਸਭ ਤੋਂ ਬੁਰੀ ਕਰਤੂਤ, ਦਰਬਾਰ ਸਾਹਿਬ ਦੇ ਸਰਬਰਾਹ ਤੇ ਪੁਜਾਰੀਆਂ ਨੇ ਜਲਿਆਂਵਾਲੇ ਬਾਗ ਵਿੱਚ ਗੋਲੀ ਚਲਾਉਣ ਵਾਲੇ ਜਨਰਲ ਡੈਰ ਨੂੰ ਦਰਬਾਰ ਸਾਹਿਬ ਬੁਲਾ ਕੇ ਸਰੋਪਾ ਦਿੱਤਾ। ਕਹਿੰਦੇ ਆ ਬਾਬੇ ਅਕਾਲੀ ਦਾ ਚਿਹਰਾ ਗੁੱਸੇ ਤੇ ਘ੍ਰਿਣਾ ਨਾਲ ਲਾਲ ਹੋ ਗਿਆ। ਹੱਥ ਤੁਹਾਡੀ ਬੇੜੀ ਡੁੱਬੇ। ਸੱਜਣ ਸਿੰਘ ਦੇ ਸ਼ਬਦਾਂ ਵਿੱਚ ਸਾਰੇ ਸਰੋਤਿਆਂ ਦੀ ਆਤਮਾ ਮਿਲੀ ਹੋਈ ਸੀ। ਦੱਸੋ, ਕੋਈ ਵੀ ਜਿਉਂਦੀ ਕੌਮ ਇਹੋ ਜਿਹੇ ਨੀਚਾਂ ਨੂੰ ਆਪਣੇ ਧਰਮ ਮੰਦਰ ਕਿਵੇਂ ਸੌਂਪੀ ਰੱਖਦੀ? ਸਮੁੱਚੀ ਸਿੱਖ ਜਗਤ ਦੀ ਬਰਦਾਸ਼ਤ ਤੋਂ ਗੱਲ ਅਗਾਂਹ ਲੰਘ ਗਈ ਸੀ। ਫਿਰ ਮਹੰਤ ਸਿੱਖੀ ਦੇ ਕਿਸੇ ਨਿਯਮ ਦੀ ਵੀ ਪਾਲਣਾ ਨਹੀਂ ਸਨ ਕਰਦੇ। ਗੁਰੂ ਮਹਾਰਾਜ ਨੇ ਸਿੱਖਾਂ ਵਿੱਚੋਂ ਛੂਤ-ਛਾਤ ਦੂਰ ਕੀਤੀ ਸੀ ਤੇ ਪੁਜਾਰੀ ਛੂਤ-ਛਾਤ ਨੂੰ ਵਹਿਮੀ ਪੰਡਤਾਂ ਨਾਲ ਵੀ ਵਧੇਰੇ ਮੰਨਦੇ ਸਨ। ਅਛੂਤਾਂ ਵਿੱਚੋਂ ਸਜੇ ਸਿੰਘਾਂ ਦਾ ਚੜਾਵਾ, ਖਾਸ ਕਰ ਕੜਾਹ ਪ੍ਰਸਾਦ, ਪੁਜਾਰੀ ਦਰਬਾਰ ਸਾਹਿਬ ਵਿੱਚ ਪ੍ਰਵਾਨ ਨਹੀਂ ਸਨ ਕਰਦੇ। ਮਜਬੀ ਸਿੰਘਾਂ ਦਾ ਜੱਥਾ ਕੜਾਹ ਪ੍ਰਸਾਦ ਲੈ ਕੇ ਗਿਆ। ਉਹਨਾਂ ਦੇ ਨਾਲ ਪੰਥ ਦੇ ਉੱਘੇ ਆਗੂ ਵੀ ਸਨ। ਅਕਾਲ ਤਖਤ ਦੇ ਪੁਜਾਰੀ ਛੱਡ ਕੇ ਨੱਸ ਗਏ। ਸਿੰਘਾਂ ਨੇ ਅਕਾਲ ਤਖਤ ਤੇ ਕਬਜ਼ਾ ਕਰ ਲਿਆ ਤੇ ਮਜਬੀ ਸਿੰਘਾਂ ਦਾ ਲਿਆਂਦਾ ਪ੍ਰਸਾਦ ਅਰਦਾਸ ਕਰਕੇ ਵਰਤਾ ਦਿੱਤਾ। ਇਹ ਗੱਲ ਅਕਤੂਬਰ ਮਹੀਨੇ 12 ਤਰੀਕ ਦੀ ਏ। ਇਸ ਤੋਂ ਮਹੀਨਾ ਕੁ ਪਿੱਛੋਂ ਪੰਥ ਦੇ 94 ਸਿੱਖਾਂ ਤੇ ਸੰਗਤਾਂ ਨੇ ਰਲ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ। 15-16 ਨਵੰਬਰ 1920। ਅਗਲੇ ਮਹੀਨੇ 14 ਦਸੰਬਰ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਇੱਥੋਂ ਗੁਰਦੁਆਰਾ ਲਹਿਰ ਸ਼ੁਰੂ ਹੋ ਗਈ। ਪਲ ਦਾ ਪਲ ਬਾਬਾ ਅਕਾਲੀ ਸਾਹ ਲੈਣ ਵਾਸਤੇ ਖਲੋ ਗਿਆ। ਸਭ ਸਰੋਤਿਆਂ ਦੀਆਂ ਅੱਖਾਂ ਬਾਬੇ ਦੇ ਚਿਹਰੇ ਤੇ ਟਿੱਕੀਆਂ ਹੋਈਆਂ ਸਨ। ਹੁੰਗਾਰੇ ਵਜੋਂ ਕੁਝ ਆਦਮੀ ਥੋੜੇ ਸਿਰ ਹਿਲਾ ਰਹੇ ਸਨ। ਅਸਲ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਸਿੱਖਾਂ ਵਿੱਚ ਇੱਕ ਥਾਹ ਜੋਸ਼ ਭਰਿਆ ਹੋਇਆ ਸੀ, ਜੋ ਇਸ ਬਹਾਨੇ ਫੁੱਟ ਨਿਕਲਿਆ। ਗਦਰ ਲਹਿਰ ਦੀਆਂ ਕੁਰਬਾਨੀਆਂ ਤੇ ਮਾਰਸ਼ਲ ਲਾ ਵੇਲੇ ਦੀਆਂ ਵਧੀਕੀਆਂ, ਖਾਸ ਕਰ ਜਲਿਆਂਵਾਲੇ ਬਾਗ ਦੇ ਸਾਕੇ ਨੇ ਅੰਗਰੇਜ਼ੀ ਸਰਕਾਰ ਦੇ ਬਰਖਲਾਫ ਸਿੱਖਾਂ ਦੇ ਅੰਦਰ ਕਹਿਰ ਦਾ ਗੁੱਸਾ ਭਰ ਦਿੱਤਾ ਸੀ। ਦੂਜੇ ਪਾਸੇ ਸਿੰਘ ਸਭਾ ਲਹਿਰ ਨੇ ਸਿੱਖਾਂ ਵਿੱਚ ਧਾਰਮਿਕ ਤੇ ਭਾਈਚਾਰਕ ਸੂਝ-ਬੂਝ ਪੈਦਾ ਕਰ ਦਿੱਤੀ ਸੀ। ਇਸ ਸਾਰੇ ਇਕੱਠੇ ਹੋਏ ਜੋਸ਼ ਦਾ ਝੁਕਾਅ ਗੁਰਦੁਆਰਾ ਸੁਧਾਰ ਵੱਲ ਗਿਆ। ਅਕਾਲੀ ਦਲ ਬਣੇ ਨੂੰ ਮਹੀਨਾ ਕੋਈ ਹੋਇਆ ਸੀ ਜਦ ਤਰਨ ਤਾਰਨ ਦਾ ਸਾਕਾ ਹੋ ਗਿਆ।
ਬਾਬੇ ਦੀ ਬੇਰ, ਸਿਆਲਕੋਟ ਤੇ ਪੰਜਾ ਸਾਹਿਬ ਆਦਿ ਸਿੱਖਾਂ ਦੇ ਕਬਜ਼ੇ ਵਿੱਚ ਆ ਚੁੱਕੇ ਸਨ। ਅਕਾਲੀ ਦਲ ਦਾ ਭੇਜਿਆ ਇੱਕ ਜੱਥਾ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਜਥੇਦਾਰੀ ਵਿੱਚ ਤਰਨਤਾਰਨ ਦੇ ਸੁਧਾਰ ਵਾਸਤੇ ਪਾਇਆ। 25 ਜਨਵਰੀ 1921। ਤਰਨਤਾਰਨ ਦੇ ਪੁਜਾਰੀਆਂ ਨੂੰ ਸਰਕਾਰ ਦੀ ਪੂਰੀ ਸ਼ਹਿ ਸੀ। ਉਹ ਕੁਝ ਦਿਨ ਪਹਿਲਾਂ ਲਾਹੌਰ ਦੇ ਅੰਗਰੇਜ਼ ਕਮਿਸ਼ਨਰ ਮਿਸਟਰ ਕਿੰਗ ਨੂੰ ਮਿਲੇ ਸਨ। ਕਿੰਗ ਨੇ ਪੁਜਾਰੀਆਂ ਨੂੰ ਅਕਾਲੀਆਂ ਦੇ ਵਿਰੁੱਧ ਖੂਬ ਭੜਕਾਇਆ ਤੇ ਵਾਅਦਾ ਕੀਤਾ ਕਿ ਲੋੜ ਪਈ ਤੇ ਸਰਕਾਰ ਤੁਹਾਡੀ ਮਦਦ ਕਰੇਗੀ। ਇਸ ਚੁੱਕ ਵਿੱਚ ਆ ਕੇ ਪੁਜਾਰੀ ਬੜੇ ਆਕੜੇ ਹੋਏ ਸਨ। ਇੱਕ ਪਾਸੇ ਤਾਂ ਉਹਨਾਂ ਜਥੇਦਾਰ ਭੁੱਚਰ ਨਾਲ ਸੁਲਾਹ ਦੀ ਗੱਲਬਾਤ ਸ਼ੁਰੂ ਕਰ ਦਿੱਤੀ ਤੇ ਦੂਜੇ ਪਾਸੇ ਹਮਲੇ ਦੀ ਤਿਆਰੀ ਵਿੱਚ ਜੁਟ ਗਏ। ਸਾਰਾ ਦਿਨ ਗੱਲਬਾਤ ਚੱਲਦੀ ਰਹੀ। ਸ਼ਾਮ ਨੂੰ ਪੁਜਾਰੀਆਂ ਜ਼ੁਬਾਨੀ ਮੰਨ ਲਿਆ ਕਿ ਸਾਨੂੰ ਪੰਥ ਦੀਆਂ ਸਭ ਸ਼ਰਤਾਂ ਪ੍ਰਵਾਨ ਹਨ। ਇਸ ਖੁਸ਼ੀ ਵਿੱਚ ਦੀਵਾਨ ਸੱਜ ਗਿਆ ਤੇ ਅਕਾਲੀ ਜਥੇ ਦੇ ਸਿੰਘ ਜਰਾ ਅਵੇਸਲੇ ਹੋ ਗਏ। ਤਾਂ ਹੀ ਇਹ ਖਬਰ ਜਾਂ ਪੁਜਾਰੀਆਂ ਨੇ ਨਾਲ ਦੇ ਬੁੱਗੇ ਤੋਂ ਦੀਵਾਨ ਵਿੱਚ 3-4 ਗੋਲੇ ਸੁੱਟ ਦਿੱਤੇ, ਜਿਨ੍ਹਾਂ ਨਾਲ ਕਈ ਸਿੰਘ ਫੱਟੜ ਹੋ ਗਏ। ਸੰਗਤ ਵਿੱਚ ਗੜਬੜ ਮਚ ਗਈ। ਉੱਤੋਂ ਪੁਜਾਰੀਆਂ ਨੇ ਇੱਟੇ ਰੋੜਿਆਂ ਦਾ ਮੀਂਹ ਮਰਾਉਣਾ ਸ਼ੁਰੂ ਕਰ ਦਿੱਤਾ। ਕੁਝ ਪੁਜਾਰੀ ਜੋ ਦਰਬਾਰ ਸਾਹਿਬ ਵਿੱਚ ਬੈਠੇ ਸਨ, ਛਵੀਆਂ ਗੰਡਾਸੇ ਲੈ ਕੇ ਪੈ ਗਏ। ਪੱਲਾਂ ਵਿੱਚ ਸਾਰੇ ਲਹੂ ਦੇ ਘਾਣ ਮੱਚ ਗਏ। 2 ਸਿੰਘ ਸਰਦਾਰ ਹਜ਼ਾਰਾ ਸਿੰਘ ਤੇ ਹੁਕਮ ਸਿੰਘ ਸ਼ਹੀਦ ਹੋ ਗਏ ਤੇ 17 ਹੋਰ ਜ਼ਖਮੀ ਹੋਏ। ਛੋਟੀਆਂ-ਮੋਟੀਆਂ ਸੱਟਾਂ ਤਾਂ ਕਈਆਂ ਨੂੰ ਲੱਗੀਆਂ। ਇੰਨੀ ਕੁਰਬਾਨੀ ਦੇ ਕੇ ਪੰਥ ਨੇ ਗੁਰਦੁਆਰਾ ਤਰਨਤਾਰਨ ਸਾਹਿਬ ਉੱਤੇ ਕਬਜ਼ਾ ਕੀਤਾ। ਫਿਰ ਜਾਣਦੇ ਹੋ, ਕੁਰਬਾਨੀ ਬਿਨਾਂ ਤਾਂ ਕੁਝ ਨਹੀਂ ਬੰਦਾ। ਕੋਲੋ ਗਹਿਣੇ ਲੋਹਾਰ ਨੇ ਸ਼ਰਧਾ ਨਾਲ ਸਿਰ ਹਿਲਾਉਂਦੇ ਕਿਹਾ। ਇਸ ਘਟਨਾ ਨਾਲ ਸਿੱਖਾਂ ਵਿੱਚ ਜੋਸ਼ ਹੋਰ ਵੱਧ ਗਿਆ ਤੇ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੇ ਤਾਂ ਬਲਦੀ ਤੇ ਤੇਲ ਪਾ ਕੇ ਭਾਂਬੜ ਮਚਾ ਦਿੱਤੇ। ਉਹ ਵੀ ਸਾਕਾ ਉਦੋਂ ਕੀ ਹੋਇਆ ਸੀ ਸ਼ਾਇਦ, ਸੱਜਣ ਸਿੰਘ ਨੇ ਯਾਦ ਸ਼ਕਤੀ ਤੇ ਜ਼ੋਰ ਦਿੰਦਿਆਂ ਕਿਹਾ। ਮਸਾਂ 20-25 ਦਿਨ ਪਿੱਛੋਂ ਬਾਬੇ ਅਕਾਲੀ ਨੇ ਟੁੱਟੀ ਲੜੀ ਫਿਰ ਸ਼ੁਰੂ ਕਰ ਦਿੱਤੀ। ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਸਾਰੇ ਪੁਜਾਰੀਆਂ ਵਿੱਚੋਂ ਵੱਡਾ ਮੰਨਿਆ ਜਾਂਦਾ ਸੀ। ਉਹ ਆਪਣੇ ਆਪ ਨੂੰ ਸ੍ਰੀ ਮਹੰਤ ਖਵਾਉਂਦਾ ਸੀ। ਨਨਕਾਣਾ ਸਾਹਿਬ ਦੀ ਆਮਦਨ ਸਾਰੇ ਗੁਰਦੁਆਰੇ ਨਾਲੋਂ ਬਹੁਤੀ ਸੀ, ਸੋ ਜਿਹਦੇ ਕੋਲ ਮਾਇਆ ਵਧੇਰੇ ਉਹੀ ਸ੍ਰੀ ਮਹੰਤ। ਉਹਦੀਆਂ ਬਦਮਾਸ਼ੀਆਂ ਸਭ ਹੱਦਾਂ ਬੰਨੇ ਟੱਪ ਗਈਆਂ। ਇੱਕ ਵਾਰ ਉਹਨੇ ਗੁਰਦੁਆਰੇ ਦੇ ਬੂਹੇ ਅੱਗੇ ਵੇਸਵਾ ਨਚਾਈਆਂ। ਚੜਾ ਵਾਲੇ ਦੀਆਂ 6 ਬੀਬੀਆਂ ਮੱਥਾ ਟੇਕਣ ਆਈਆਂ ਦੀ ਉਹਦੇ ਮੁਸ਼ਟੰਡੇ ਚੇਲਿਆਂ ਨੇ ਪੱਤ ਲੁੱਟੀ। ਇੱਕ ਸਿੰਧੀ ਸਿੱਖ ਦੀ ਕੁਆਰੀ ਕੰਨਿਆ ਦਾ ਗੁਰਦੁਆਰੇ ਵਿੱਚ 7 ਭੰਗ ਕੀਤਾ ਗਿਆ। ਆਪ ਉਹਨੇ ਮਰਾਸਨ ਘਰ ਪਾ ਲਈ। ਤੋਬਾ, ਅੱਲਾ ਦੇ ਘਰ ਵਿੱਚ ਸ਼ੈਤਾਨ। ਗਹਿਣੇ ਲੋਹਾਰ ਨੇ 2 ਹੱਥਾਂ ਨਾਲ ਕੰਨ ਫੜਦੇ ਕਿਹਾ। ਕਿਸੇ ਨੇ ਉਹਨੂੰ ਲਾਇਆ ਨਾ। ਦੀਪੇ ਦੀਆਂ ਭਾਵਾਂ ਗੁੱਸੇ ਨਾਲ ਤਨੀਆਂ ਹੋਈਆਂ ਸਨ। ਬੱਚੂ, ਪਾਪ ਦਾ ਬੇੜਾ ਭਰ ਕੇ ਹੀ ਡੁੱਬਦਾ ਏ, ਬਾਬੇ ਅਕਾਲੀ ਨੇ ਦੀਪੇ ਵੱਲ ਵੇਂਦਿਆ ਕਿਹਾ। ਤੇ ਸ਼ਹੀਦੀ ਸਾਕੇ ਨਾਲ ਉਹ ਬੇੜਾ ਭਰ ਗਿਆ। ਹਰ ਥਾਂ ਸਿੰਘਾਂ ਵਿੱਚ ਅਥਾਹ ਜੋਸ਼ ਸੀ। ਕੁਝ 94 ਸਿੱਖਾਂ ਨੇ ਨਨਕਾਣਾ ਸਾਹਿਬ ਦੇ ਸੁਧਾਰ ਦਾ ਬੇੜਾ ਚੁੱਕਿਆ। ਫੱਗਣ ਦਾ ਪਹਿਲਾ ਪੱਖ ਹੀ ਸੀ। ਭਾਈ ਲਛਮਣ ਸਿੰਘ, ਤੇਜਾ ਸਿੰਘ ਸਮੁੰਦਰੀ, ਕਰਤਾਰ ਸਿੰਘ ਝੱਬਰ ਆਦਿ ਲਾਇਲਪੁਰ ਗੁਰਦੁਆਰੇ ਵਿੱਚ ਇਕੱਠੇ ਹੋਏ। ਉਹਨਾਂ ਨੇ ਵੱਖੋ-ਵੱਖ ਥਾਵਾਂ ਤੋਂ 3 ਜੱਥੇ ਨਨਕਾਣਾ ਸਾਹਿਬ ਭੇਜਣ ਦਾ ਫੈਸਲਾ ਕੀਤਾ। ਦਿਨ 10 ਫੱਗਣ ਦਾ ਪੱਕਾ ਹੋਇਆ। ਪਿੱਛੋਂ ਕੁਝ ਕਾਰਨਾਂ ਕਰਕੇ ਪ੍ਰਬੰਧਕਾਂ ਵੱਲੋਂ ਉਹ ਤਰੀਕ ਬਦਲ ਦਿੱਤੀ ਗਈ। 2 ਜੱਥਿਆਂ ਨੂੰ ਉਸ ਤਬਦੀਲੀ ਦੀ ਖਬਰ ਮਿਲ ਗਈ, ਪਰ ਜਥੇਦਾਰ ਲਛਮਣ ਸਿੰਘ ਨੂੰ ਨਾ ਮਿਲੀ। ਉਹ ਆਪਣਾ ਜੱਥਾ ਲੈ ਕੇ ਧਾਰੋਵਾਲ ਤੋਂ ਤੁਰ ਪਿਆ। 10 ਫੱਗਣ 20 ਫਰਵਰੀ 1921 ਨੂੰ ਸਵੇਰੇ ਹੀ ਜੱਥਾ ਗੁਰਦੁਆਰਾ ਜਨਮ ਸਥਾਨ ਵਿੱਚ ਜਾ ਪੁੱਜਾ। ਮੱਥਾ ਟੇਕ ਕੇ ਜਥੇਦਾਰ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਗਿਆ ਤੇ ਬਾਕੀ ਸਿੰਘ ਕੁਝ ਪ੍ਰਕਾਸ਼ ਅਸਥਾਨਾਂ ਦੀ ਕੋਠੜੀ ਦੇ ਅੰਦਰ ਤੇ ਕੁਝ ਬਾਹਰ ਵਰਾਂਡੇ ਵਿੱਚ ਬਹਿ ਗਏ। ਸਿੰਘ ਰਲ ਕੇ ਸ਼ਬਦ ਪੜਨ ਲੱਗ ਪਏ ਤੇ ਕੁਝ ਬਾਹਰ ਵਰਾਂਡੇ ਵਿੱਚ ਸੱਜ ਗਏ। ਸਿੰਘ ਰਲ ਕੇ ਸ਼ਬਦ ਪੜਨ ਲੱਗ ਪਏ। ਉਸ ਵੇਲੇ ਮਹੰਤ ਨਰੈਣ ਦਾਸ ਆਪਣੇ ਬੰਦਿਆਂ ਨੂੰ ਲੈ ਕੇ ਆ ਗਿਆ। ਉਹਨੇ ਆਉਂਦਿਆਂ ਕੰਧਾਂ ਤੋਂ ਗੋਲੀਆਂ ਦੀ ਵਰਖਾ ਸ਼ੁਰੂ ਕਰ ਦਿੱਤੀ। ਸਿੰਘ ਉਵੇਂ ਚੌਂਕੜੇ ਮਾਰ ਕੇ ਸ਼ਾਂਤ ਬੈਠੇ ਰਹੇ। ਬਾਹਰਲੇ ਸਿੰਘ ਫੱਟੜ ਹੋ ਕੇ ਡਿੱਗ ਪਏ ਤਾਂ ਮਹੰਤ ਦੇ ਬੰਦੇ ਕੰਧਾਂ ਤੋਂ ਹੇਠਾਂ ਉਤਰ ਕੇ ਵਿਹੜੇ ਵਿੱਚ ਆ ਗਏ। ਪ੍ਰਕਾਸ਼ ਥਾਨ ਦਾ ਬੂਹਾ ਤੋੜ ਕੇ ਉਹਨਾਂ ਅੰਦਰ ਗੋਲੀਆਂ ਵਰਾਈਆਂ। 3 ਗੋਲੀਆਂ ਗੁਰੂ ਗ੍ਰੰਥ ਸਾਹਿਬ ਦੀ ਦੇਹ ਵਿੱਚ ਲੱਗੀਆਂ ਤੇ ਚੌਥੀ ਜਥੇਦਾਰ ਲਛਮਣ ਸਿੰਘ ਦੀ ਹਿੱਕ ਵਿੱਚ। ਹੇ ਪ੍ਰਮਾਤਮਾ, ਬਸ਼ਕ ਲਵੀਂ। ਸਰੋਤਿਆਂ ਵਿੱਚ ਇੱਕ ਦਰਦ ਭਰੀ ਹੂਕ। ਜਥੇਦਾਰ ਦੇ ਹੁਕਮ ਨਾਲ ਸਿੰਘਾਂ ਨੇ ਅੰਦਰੋਂ ਬੂਹਾ ਖੋਲ੍ਹ ਦਿੱਤਾ। ਜੋ ਪਹਿਲੀ ਗੋਲੀ ਦੀ ਆਵਾਜ਼ ਸੁਣ ਕੇ ਉਹਨਾਂ ਅੰਦਰ ਬੰਦ ਕਰ ਲਿਆ ਸੀ। ਬੂਹੇ ਵਿੱਚ ਖਲੋ ਕੇ ਪਾਪੀਆਂ ਨੇ ਅੰਦਰ ਬੈਠੇ ਸਾਰੇ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ। ਸਾਰੇ ਦੇ ਸਾਰੇ ਹੀ ਫੱਟੜ ਹੋ ਕੇ ਡਿੱਗ ਪਏ ਤਾਂ ਫਿਰ ਹਥਿਆਰੇ, ਛਵੀਆਂ, ਗੰਡਾਸੇ ਤੇ ਟੋਕੇ ਫੜ ਕੇ ਟੁੱਟ ਪਏ। ਇੱਕ 7-8 ਵਰ੍ਹਿਆਂ ਦਾ ਬੱਚਾ ਡਰਦਾ ਗੁਰੂ ਮਹਾਰਾਜ ਦੇ ਹੇਠਾਂ ਲੁਕ ਗਿਆ ਸੀ। ਕਸਾਈਆਂ ਨੇ ਉਹਨੂੰ ਕੇਸਾਂ ਤੋਂ ਫੜ ਕੇ ਧੂ ਲਿਆ ਤੇ ਉੱਥੇ ਹੀ ਟੋਕੇ ਨਾਲ ਕੀਮਿਆ ਕਰ ਸੁੱਟਿਆ। ਹੋਏ, ਤੁਹਾਨੂੰ ਗੁਰੂ ਦੀ ਮਾਰ ਦੁਸ਼ਟੋ। ਕਿਸੇ ਭਰੇ ਹੋਏ ਗਲੇ ਦੀ ਆਵਾਜ਼ ਆਈ। ਪ੍ਰਕਰਮਾਂ ਵਿੱਚ ਇੱਕ ਜੰਡ ਹੁੰਦਾ ਸੀ, ਅਜੇ ਵੀ ਉਹ ਖੱਲਾ ਹੈ।
ਜਥੇਦਾਰ ਲਛਮਣ ਸਿੰਘ ਜਿਉਂਦੇ ਨੂੰ ਉਹਦੇ ਨਾਲ ਪੁੱਠਾ ਲਟਕਾ ਕੇ ਤੇਲ ਪਾ ਕੇ ਅੱਗ ਲਾ ਦਿੱਤੀ। ਅਖੀਰ ਹੋ ਗਈ। ਬਾਕੀ ਦੇ ਫਟੜਾਂ ਦੇ ਛੋਟੇ ਛੋਟੇ ਟੋਟੇ ਕਰਕੇ ਉੱਥੇ ਹੀ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਸਮਝੋ ਗੁਰੂ ਮਹਾਰਾਜ ਦੀ ਗੋਦ ਮੱਚਣ ਲੱਗ ਪਈ। ਦਲੀਪ ਸਿੰਘ ਉਸ ਵੇਲੇ ਕਿਸੇ ਮਿੱਤਰ ਦੇ ਘਰ ਬੈਠਾ ਚਾਹ ਪਾਣੀ ਛਕ ਰਿਹਾ ਸੀ। ਬੰਦੂਕ ਦੀ ਆਵਾਜ਼ ਸੁਣ ਕੇ ਉਹ ਵੀ ਗੁਰਦੁਆਰੇ ਵੱਲ ਭੱਜ ਉੱਠਿਆ। ਉਹ ਮਹੰਤ ਦਾ ਚੰਗਾ ਜਾਣੂ ਸੀ। ਉਹ ਦਰਸ਼ਨੀ ਡਿਊਟੀ ਦੇ ਨੇੜੇ ਜਾ ਪੁੱਜਾ ਤਾਂ ਅੱਗੋਂ ਘੋੜੇ ਤੇ ਅਸਵਾਰ ਮਹੰਤ ਨਰੈਣ ਦਾਸ ਦਿਸਿਆ। ਮਹੰਤ ਆਪਣੇ ਚੇਲੇ ਚਾਟੜਿਆਂ ਨੂੰ ਹੱਲਾਸ਼ੇਰੀ ਦੇ ਰਿਹਾ ਸੀ, ਸਭ ਨੂੰ ਫੂਕ ਦਿਓ, ਕੋਈ ਖੁਰਾ ਖੋਜ ਬਾਕੀ ਨਾ ਰਹੇ। ਦਲੀਪ ਸਿੰਘ ਸਭ ਕੁਝ ਸਮਝ ਗਿਆ ਸੀ। ਜਾਣੂ ਹੋਣ ਦੇ ਮਾਣ ਤੇ ਉਹਨੇ ਨੇੜੇ ਪਹੁੰਚ ਕੇ ਜਰਾ ਨਿਹੋਰੇ ਨਾਲ ਕਿਹਾ, ਮਹੰਤ ਜੀ, ਇਹ ਕੀ ਕੀਤਾ ਜੇ? ਵਾਸਤਾ ਜੇ ਗੁਰੂ ਦਾ, ਇਹ ਕਤਲੇਆਮ ਬੰਦ ਕਰ ਦਿਓ। ਉਸ ਦੀ ਸਲਾਹ ਮੰਨਣ ਦੀ ਥਾਂ ਮਹੰਤ ਅੱਗੋਂ ਕੜਕ ਕੇ ਬੋਲਿਆ, ਦਲੀਪ ਸਿੰਘਾ, ਅੱਜ ਇੱਕ ਵੀ ਸਿੰਘ ਜਿਉਂਦਾ ਨਹੀਂ ਛੱਡਿਆ ਜਾਵੇਗਾ। ਤੂੰ ਵੀ ਗੁਰੂ ਕਾ ਸਿੰਘ ਹੈ, ਸੋ ਇਹ ਤੇਰਾ ਹਿੱਸਾ ਹੈ। ਇਹ ਕਹਿੰਦਿਆਂ ਮਹੰਤ ਨੇ ਆਪ ਗੋਲੀ ਮਾਰੀ। ਦਲੀਪ ਸਿੰਘ ਘਾਇਲ ਹੋ ਕੇ ਉੱਥੇ ਡਿੱਗ ਪਿਆ। ਉਸ ਵੇਲੇ ਉਹਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ। ਉਹਨੂੰ ਜਿਉਂਦੇ ਨੂੰ ਲਾਗੇ ਬਲ ਰਹੀ ਭੱਠੀ ਵਿੱਚ ਸੁੱਟ ਦਿੱਤਾ। ਬਾਬਾ ਕਾਲੀਆ, ਕੀ ਇੰਨਾ ਜ਼ੁਲਮ ਕਰਨ ਵਾਲਿਆਂ ਨੂੰ ਰੱਬ ਨਹੀਂ ਪੁੱਛੇਗਾ? ਸੱਜਣ ਸਿੰਘ ਨੇ ਅੰਦਰ ਦੀ ਹਵਾੜ ਕੱਢੀ। ਪੁੱਛੇਗਾ ਕਿਉਂ ਨਹੀਂ? ਉੱਥੇ ਹਰ ਇੱਕ ਨੂੰ ਕਿੱਤੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਸੁਣੋ, ਸਿੰਘ ਸ਼ਹੀਦੀਆਂ ਪ੍ਰਾਪਤ ਕਰਕੇ ਗੁਰਦੁਆਰਾ ਆਜ਼ਾਦ ਕਰਾ ਗਏ। ਕਿੰਨੇ ਸਿੰਘ ਸ਼ਹੀਦ ਹੋਏ ਸਨ? ਖੱਬੇ ਬੈਠੇ ਮੱਖਣ ਸਿੰਘ ਨੇ ਪੁੱਛਿਆ। ਠੀਕ ਕੋਈ ਪਤਾ ਨਹੀਂ, ਕੋਈ ਕਿੰਨੇ ਦੱਸਦਾ, ਕੋਈ ਕਿੰਨੇ। ਘੱਟ ਤੋਂ ਘੱਟ 86 ਤੇ ਵੱਧ ਤੋਂ ਵੱਧ 200 ਸੁਣੇ ਜਾਂਦੇ ਨੇ। ਸਰਕਾਰ ਨੇ 130 ਮੰਨੇ ਸਨ। ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਉਸ ਵੇਲੇ ਲਾਹੌਰ, ਅੰਮ੍ਰਿਤਸਰ, ਲਾਇਲਪੁਰ ਤਾਰਾਂ ਖੜਕ ਗਈਆਂ। ਉਸੇ ਦਿਨ ਸ਼ਾਮ ਨੂੰ ਡਿਪਟੀ ਕਮਿਸ਼ਨਰ ਨਨਕਾਣਾ ਸਾਹਿਬ ਪਹੁੰਚ ਗਿਆ। ਅਗਲੇ ਦਿਨ ਕਮਿਸ਼ਨਰ ਲਾਹੌਰ ਕਿੰਗ ਤੇ ਬਹੁਤ ਸਾਰੇ ਮੁਖੀ ਸਿੱਖ ਵੀ ਪੁੱਜ ਗਏ। ਕਰਤਾਰ ਸਿੰਘ ਝੱਬਰ ਦਾ ਜੱਥਾ ਤੇ ਹੋਰ ਹਜ਼ਾਰਾਂ ਸਿੱਖ ਇਕੱਠੇ ਹੋ ਗਏ। ਅੱਧ ਸੜੀਆਂ ਲਾਸ਼ਾਂ ਅਜੇ ਉਵੇਂ ਪਈਆਂ ਸਨ। ਸਿੰਘ ਬੜੇ ਜੋਸ਼ ਵਿੱਚ ਸਨ। ਲੋਕ ਮੂੰਹ ਤੇ ਕਹਿ ਰਹੇ ਸਨ, ਇਹ ਕਾਰਾ ਕਿੰਗ ਦੀ ਸ਼ਹਿ ਤੇ ਹੋਇਆ ਹੈ। ਮਹੰਤ ਦੀ ਇੰਨੀ ਹਿੰਮਤ ਨਹੀਂ ਸੀ। ਮਿਸਟਰ ਕਿੰਗ ਦੇ ਵਿਰੁੱਧ ਰੋਸ ਵੱਧ ਰਿਹਾ ਸੀ। ਉਹ 150 ਬੰਦੂਕਾਂ ਵਾਲੇ ਜਵਾਨ ਲੈ ਕੇ ਗੁਰਦੁਆਰੇ ਦਾ ਬੂਹਾ ਮੱਲੀ ਖੱਲਾ ਸੀ। ਵਿੱਚੋਂ ਕੁਝ ਸਿਆਣੇ ਤੇ ਸਰਕਾਰ ਨਾਲ ਸੰਬੰਧ ਰੱਖਣ ਵਾਲੇ ਸੱਜਣਾਂ ਨੇ ਕਿੰਗ ਨੂੰ ਸਮਝਾਇਆ ਕਿ ਲੋਕਾਂ ਦਾ ਜੋਸ਼ ਠੰਡਾ ਕਰਨ ਵਾਸਤੇ ਉਹ ਗੁਰਦੁਆਰਾ ਸਿੱਖਾਂ ਦੇ ਹਵਾਲੇ ਕਰ ਦੇਵੇ। ਵਿਗੜ ਰਹੀ ਹਾਲਤ ਨੂੰ ਜਾਂਚ ਕੇ ਕਿੰਗ ਨੇ ਅਕਲ ਤੋਂ ਕੰਮ ਲਿਆ ਤੇ ਗੁਰਦੁਆਰੇ ਦੀ ਚਾਬੀਆਂ ਸਰਦਾਰ ਹਰਬੰਸ ਸਿੰਘ ਅਟਾਰੀ ਦੇ ਹਵਾਲੇ ਕਰ ਦਿੱਤੀਆਂ। ਆਪਣੇ ਸਿਪਾਹੀਆਂ ਨੂੰ ਵੀ ਉਹਨੇ ਇੱਕ ਪਾਸੇ ਕਰ ਦਿੱਤਾ। ਅਗਲੇ ਦਿਨ 22 ਫਰਵਰੀ ਪੰਜਾਬ ਦਾ ਗਵਰਨਰ ਕੌਂਸਲ ਦੇ ਮੈਂਬਰਾਂ ਸਣੇ ਨਨਕਾਣਾ ਸਾਹਿਬ ਪਹੁੰਚ ਗਿਆ। ਵੇਖ ਕੇ ਉਹਦੇ ਦਿਲ ਤੇ ਵੀ ਚੋਖਾ ਅਸਰ ਹੋਇਆ। ਉਸ ਦਿਨ ਸ਼ਾਮ ਨੂੰ ਸ਼ਹੀਦ ਹੋਏ ਸਿੰਘਾਂ ਦੀਆਂ ਅੱਧ ਸੜੀਆਂ ਲਾਸ਼ਾਂ ਦਾ ਪੰਥ ਨੇ ਸੰਸਕਾਰ ਕੀਤਾ। ਇਸ ਸਾਕੇ ਦੀ ਗੂੰਜ ਸਾਰੇ ਹਿੰਦੁਸਤਾਨ ਵਿੱਚ ਗੂੰਜ ਉੱਠੀ। ਮਹਾਤਮਾ ਗਾਂਧੀ ਵੀ ਖਬਰ ਸੁਣ ਕੇ ਨਨਕਾਣਾ ਸਾਹਿਬ ਪੁੱਜਾ 3 ਮਾਰਚ ਨੂੰ। ਉਹਨੇ ਤਕਰੀਰ ਕਰਦੇ ਕਿਹਾ, ਇਹ ਕਾਰਾ ਸਰਕਾਰ ਦੇ ਜ਼ਿੰਮੇਵਾਰ ਅਫਸਰਾਂ ਦੀ ਸ਼ਹਿ ਨਾਲ ਹੋਇਆ ਹੈ। ਇਕੱਲਾ ਮਹੰਤ ਨਹੀਂ ਸੀ ਕਰ ਸਕਦਾ, ਤੇ ਗੱਲ ਵੀ ਸੱਚੀ ਸੀ। ਸਰਕਾਰ ਨੇ ਸਭ ਕੁਝ ਆਪ ਕਰਵਾਇਆ ਸੀ। ਇੰਨੇ ਕਤਲ ਕਰਨ ਵਾਸਤੇ ਮਹੰਤ ਨੂੰ ਫਾਂਸੀ ਦਾ ਹੁਕਮ ਸੁਣਾਇਆ, ਪਰ ਨੀਰਾ ਪੂਰਾ ਲੋਕਾਂ ਦੀਆਂ ਅੱਖਾਂ ਪੁੱਜਣ ਵਾਸਤੇ। ਪਿੱਛੋਂ ਅਪੀਲ ਵਿੱਚ ਉਹਦੀ ਫਾਂਸੀ ਸਜ਼ਾ ਮਾਫ ਕਰਕੇ ਸਿਰਫ 7 ਸਾਲ ਕੈਦ ਰਹਿਣ ਦਿੱਤੀ ਗਈ, ਜਿਸ ਵਿੱਚ ਉਹਨੇ 4 ਕੁ ਸਾਲ ਭੁਗਤੀ। ਪਰ ਲੋਕਾਂ ਉੱਤੇ ਇਸ ਸਾਕੇ ਦਾ ਜੋ ਅਸਰ ਹੋਇਆ, ਉਹਦਾ ਸਿੱਟਾ ਗੁਰਦੁਆਰਾ ਲਹਿਰ ਨੇ ਅੰਗਰੇਜ਼ਾਂ ਦਾ ਤਖਤ ਹਿਲਾ ਦਿੱਤਾ ਸੀ। ਜਿੰਨੇ ਮੋਰਚੇ ਅੱਜ ਤੱਕ ਲੱਗੇ ਨੇ, ਉਹ ਸਭ ਨਾਲੋਂ ਸਖਤ ਸੀ। ਸਾਰੀ ਸਿੱਖ ਕੌਮ ਦੇ ਅੰਦਰ ਗੁੱਸੇ ਦੇ ਭਾਂਬੜ ਭੜਕ ਉੱਠੇ ਸਨ। ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚੇ ਵਿੱਚ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਸਾਰੇ ਸਿੱਖ ਘਰ-ਬਾਰ ਛੱਡ ਕੇ ਜੇਲ੍ਹਾਂ ਨੂੰ ਤੁਰ ਪਏ ਹੋਣ। ਸਿੱਖ ਛੱਡਿਆ, ਮੈਂ ਮੁਸਲਮਾਨ ਆ, ਤੇ ਤੇਰੇ ਮੂੰਹੋਂ ਇਹ ਕਿੱਸਾ ਸੁਣ ਕੇ ਮੇਰਾ ਜੀ ਕਰਦਾ ਮੈਂ ਤੁਹਾਡੇ ਨਾਲ ਜੇਲ੍ਹ ਵੱਲ ਤੁਰ ਪਵਾਂ। ਗਹਿਣੇ ਨੇ ਆਪਣੇ ਦਿਲ ਦੀ ਆਵਾਜ਼ ਸੁਣਾਈ। ਮੀਆਂ ਗਹਿਣਿਆ, ਸਿੱਖ ਕੀ ਤੇ ਮੁਸਲਮਾਨ ਕੀ, ਹਰ ਨੇਕ ਇਨਸਾਨ ਜ਼ੁਲਮ ਦੇ ਖਿਲਾਫ ਖਲੋਇਆ ਕਰਦਾ ਏ। ਉਦੋਂ ਹਿੰਦੂਆਂ ਤੇ ਮੁਸਲਮਾਨਾਂ ਸਭ ਨੇ ਕਿਸੇ ਨਾ ਕਿਸੇ ਬਹਾਨੇ ਸਾਡਾ ਸਾਥ ਦਿੱਤਾ ਸੀ। ਮਖਾਂ ਜੈਤੋ ਨੂੰ ਜਾਣ ਵਾਲੇ ਜੱਥੇ ਜਦੋਂ ਆਪਣੇ ਪਿੰਡ ਵਿੱਚੋਂ ਲੰਘਦੇ ਹੁੰਦੇ ਸੀ, ਆਪਣੇ ਤੁੱਤਾਂ ਵਾਲੇ ਖੂਹ ਤੇ ਉਤਾਰਾ ਹੁੰਦਾ ਸੀ। ਆਪਣੇ ਲੰਬਰਦਾਰ ਨੇ ਚੌਂਕੀਦਾਰ ਨੂੰ ਨਾਲ ਲੈ ਕੇ ਖੂਹ ਦੀ ਗਾੜੀ ਜਾ ਲਾਹੀ। ਭਈ ਸਿੱਖ ਭਰਾ ਪਾਣੀ ਨਾ ਪੀ ਲੈਣ। ਇਲਮ ਦੇਣ ਦੀ ਗੱਲ ਟੋਕ ਕੇ ਦੀਪਾ ਰਾਹ ਵਿੱਚੋਂ ਹੀ ਬੋਲ ਉੱਠਿਆ, ਤੇ ਹੋਰ ਕੀ, ਮੈਂ ਤੇ ਸੱਜਣ ਸੂਹ ਛਾਤੀਆਂ ਤਾਣ ਕੇ ਖਲੋ ਗਏ। ਅਸਾਂ ਆਖਿਆ, ਲੰਬਰਦਾਰਾ ਤੂੰ ਕੀ ਲੱਗਦਾ ਏ ਖੂਹ ਦਾ? ਖੂਹ ਸਾਡਾ ਏ, ਤੇ ਜੋ ਅਬੀ ਨਬੀ ਹੋਵੇਗੀ ਅਸੀਂ ਆਪੇ ਸਿਰ ਤੇ ਝੱਲਾਂਗੇ। ਮੈਂ ਆਪਣੀ ਜੋਗ ਲਿਆ ਕੇ ਖੂਹ ਜੋ ਦਿੱਤਾ ਸੀ।
ਇਲਮਦੀਨ ਨੂੰ ਮਾਣ ਸੀ ਕਿ ਉਸ ਕੌਮੀ ਲਹਿਰ ਵਿੱਚ ਉਹਨੇ ਵੀ ਹਿੱਸਾ ਪਾਇਆ ਸੀ। ਜੈਤੋ ਦੇ ਤੇ ਗੁਰੂ ਕੇ ਬਾਗ ਦੇ ਮੋਰਚੇ ਨੇ ਅੰਗਰੇਜ਼ੀ ਸਰਕਾਰ ਦੇ ਥੰਮ ਹਿਲਾ ਦਿੱਤੇ ਸਨ। ਇਹ ਵਾਰਤਾ ਤੁਹਾਨੂੰ ਫੇਰ ਕਿਸੇ ਦਿਨ ਸੁਣਾਵਾਂਗਾ। ਬਾਬੇ ਅਕਾਲੀ ਨੇ ਇਸ ਖਿਆਲ ਨਾਲ ਕਿਹਾ ਕਿ ਸ਼ਾਇਦ ਸਰੋਤੇ ਸੁਣਦੇ ਅੱਕ ਗਏ ਹੋਣ। ਨਾ ਭਈ ਬਾਬਾ ਕਾਲੀਆ, ਇਉਂ ਨਾ ਕਰ। ਲੰਬਰਦਾਰ ਦੇ ਸੰਸਕਾਰ ਹੁੰਦਿਆਂ ਤੱਕ ਸਾਰੇ ਇੱਥੇ ਬਹਿਣਾ ਤਾਂ ਹੈ ਹੀ, ਸੋ ਗੱਲ ਅੱਧ ਵਿੱਚੋਂ ਨਾ ਛੱਡ। ਗਹਿਣੇ ਲੋਹਾਰ ਨੇ ਬੜੀ ਨਮਰਤਾ ਨਾਲ ਬੇਨਤੀ ਕੀਤੀ। ਸੁਣਾ ਦੇ ਬਾਬਾ ਕਾਲੀਆ, ਲੰਬਰਦਾਰ ਕਿਹੜਾ ਨਿਤ ਮਰਨਾ ਏ। ਦੀਪੇ ਨੇ ਆਪੇ ਸੁਭਾਅ ਅਨੁਸਾਰ ਕੁਝ ਹਸਾਉਣੇ ਜਿਹੇ ਲਹਿਜੇ ਵਿੱਚ ਕਿਹਾ। ਭਈ ਬਾਬਾ, ਦਿਲ ਤਾਂ ਸਾਰਿਆਂ ਦਾ ਕਰਦਾ ਹੀ ਸੁਣਨ ਨੂੰ। ਤੇਰੇ ਮੂੰਹੋਂ ਸੁਣ ਕੇ ਸਾਡੇ ਲੂ ਕੰਡੇ ਖਲੇ ਹੋ ਗਏ ਸੀ। ਅੱਜ ਮੋਰਚਾ ਲੱਗ ਪਵੇ ਤਾਂ ਅਸੀਂ ਸਾਰੇ ਤੇਰੇ ਨਾਲ ਤੁਰ ਪਈਏ। ਸੱਜਣ ਸਿੰਘ ਨੇ ਜਿਵੇਂ ਸਾਰੇ ਦੇ ਦਿਲ ਦੀ ਕਹੀ। ਲਓ ਸੁਣੋ ਫਿਰ ਸਾਰੇ ਪ੍ਰੇਮ ਨਾਲ। ਬਾਬਾ ਕਦੋਂ ਨਾ ਕਰਦਾ ਏ? ਕੋਲੋਂ ਚੰਦਾ ਸਿੰਘ ਨੇ ਆਪ ਹੀ ਬਾਬੇ ਵੱਲੋਂ ਪ੍ਰਵਾਨਗੀ ਦੇ ਦਿੱਤੀ। ਅੱਛਾ, ਬਾਬੇ ਅਕਾਲੀ ਨੇ 1 ਮਿੰਟ ਅੱਖਾਂ ਮਿੱਟੀ ਚੁੱਪ ਰਹਿਣ ਪਿੱਛੋਂ ਕਿਹਾ। ਸੁਣੋ ਭਾਈ ਫਿਰ। ਬਾਬਾ ਅਕਾਲੀ ਅੱਛੀ ਤਰ੍ਹਾਂ ਨਿੱਠ ਕੇ ਬਹਿ ਗਿਆ।